टिक्यो सतगुर को आनंदपुर ते आए, नाम धरियो इस पावंटा सब देसन प्रगटाए। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੱਘਰ ਮਹੀਨੇ ਦੀ ਸੰਕਰਾਂਤ ਸੰਮਤ 1742 ਨੂੰ ਪਾਉਂਟਾ ਸਾਹਿਬ ਦੀ ਨੀਂਹ ਆਪ ਰੱਖੀ। ਜਮਨਾ ਨਦੀ ਦੇ ਇੱਕ ਪਾਸੇ ਨਾਹਨ ਰਿਆਸਤ ਅਤੇ ਦੂਜੇ ਪਾਸੇ ਸ਼੍ਰੀਨਗਰ ਗੜਵਾਲ ਰਿਆਸਤ ਸੀ। ਨਾਹਨ ਰਿਆਸਤ ਦਾ ਰਾਜਾ ਮੇਦਨੀ ਪ੍ਰਕਾਸ਼ ਅਤੇ ਸ਼੍ਰੀਨਗਰ ਗੜਵਾਲ ਦਾ ਰਾਜਾ ਫਤਿਹ ਸ਼ਾਹ ਵਿੱਚ ਆਪਸੀ ਝਗੜਾ ਰਹਿੰਦਾ ਸੀ। ਰਿਸ਼ੀ ਕਾਲਪੀ ਦੇ ਮਸ਼ਵਰੇ ਦੇ ਅਨੁਸਾਰ ਰਾਜਾ ਮੇਦਨੀ ਪ੍ਰਕਾਸ਼ ਨੇ ਗੁਰੂ ਸਾਹਿਬਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਨਾਹਨ ਰਿਆਸਤ ਵਿੱਚ ਆਉਣ ਦਾ ਸੱਦਾ ਦਿੱਤਾ ਤਾਂ ਕਿ ਉਹਨਾਂ ਵਿਚਕਾਰ ਝਗੜਾ ਖਤਮ ਹੋ ਸਕੇ। ਤਾਂ ਗੁਰੂ ਸਾਹਿਬ ਲਗਭਗ ਇੱਥੇ 4.5 ਸਾਲ ਆਪਣੇ ਜੀਵਨ ਕਾਲ ਦੇ ਦੌਰਾਨ ਰਹੇ ਅਤੇ ਪਾਉਂਟਾ ਸਾਹਿਬ ਨੂੰ ਵਸਾਇਆ। ਸ਼ਬਦ ਪਾਉਂਟਾ ਦਾ ਅਰਥ ਹੈ ਪੈਰ ਅਟਕਿਆ, ਇਸ ਕਰਕੇ ਇਸ ਦਾ ਨਾਂ ਪਾਉਂਟਾ ਜਾਂ ਪਾਉਂਟਾ ਲਿਆ ਜਾਂਦਾ ਹੈ। ਇਹ ਹੈ ਗੁਰੂ ਘਰ ਦਾ ਮੁੱਖ ਗੁਰਦੁਆਰਾ ਸਾਹਿਬ, ਜਿਸ ਨੂੰ ਦਸਮ ਗੁਰੂ ਸਾਹਿਬਾਨ ਵੱਲੋਂ ਗੁਰਦੁਆਰਾ ਸ਼੍ਰੀ ਹਰਿਮੰਦਰ ਸਾਹਿਬ ਦਾ ਨਾਂ ਦਿੱਤਾ ਗਿਆ ਸੀ। ਇਹ ਹਨ ਪਾਵਨ ਸ਼ਾਸਤਰ ਅਤੇ ਦੋ ਕਲਮਾਂ।
ਗੁਰਦੁਆਰਾ ਸ਼੍ਰੀ ਹਰਿਮੰਦਰ ਸਾਹਿਬ ਦੇ ਠੀਕ ਪਿਛਲੇ ਹਿੱਸੇ ਵਿੱਚ ਸਥਿਤ ਹੈ ਸੱਚਖੰਡ ਸਾਹਿਬ ਅਤੇ ਕਵੀ ਦਰਬਾਰ ਅਸਥਾਨ। ਆਓ ਆਪਾਂ ਇਸ ਦੇ ਦਰਸ਼ਨ ਕਰਦੇ ਹਾਂ। ਕਵੀ ਦਰਬਾਰ ਅਸਥਾਨ ਵਿੱਚ, ਜੋ ਕਿ ਜਮਨਾ ਦੇ ਬਿਲਕੁਲ ਕਿਨਾਰੇ 'ਤੇ ਸਥਿਤ ਹੈ, ਤੇ ਕਲਗੀਧਰ ਪਾਤਸ਼ਾਹ ਆਪ ਬੈਠ ਕੇ ਸਾਹਿਤ ਅਤੇ ਗੁਰਬਾਣੀ ਦੀ ਰਚਨਾ ਕਰਦੇ ਸਨ। ਇੱਥੇ ਰਹਿ ਕੇ ਹੀ ਗੁਰੂ ਸਾਹਿਬਾਨ ਨੇ ਜਾਪ ਸਾਹਿਬ, ਸਵੱਈਆ ਪਾਤਸ਼ਾਹੀ, ਦਸਵੀਂ, ਅਕਾਲ ਉਸਤਤ, ਚੰਡੀ ਦੀ ਵਾਰ ਅਤੇ ਬਚਿੱਤਰ ਨਾਟਕ ਵਰਗੀ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ। ਕੀ ਹਾਲ ਚਾਲ ਭਾਈ? ਹੋਰ 52 ਕਵੀਆਂ ਦੀ ਵਿਦਵਤਾ ਤੋਂ ਪ੍ਰਭਾਵਿਤ ਹੋ ਕੇ ਭਾਈ ਸੰਤੋਖ ਸੀ ਇਸ ਤਰ੍ਹਾਂ ਲਿਖਦੇ ਹਨ। ਹੂਤੇ 52 ਕਵ ਗੁਰਪਾਸ, ਸਭ ਹੀ ਬਾਣੀ ਕਰੇ ਪ੍ਰਕਾਸ਼। ਸਤਿਗੁਰ ਸਭ ਇਕੱਤਰ ਕਰਵਾਵੇ, ਪੱਤਰੇ ਦੀਰਘ ਪਰ ਲਖਵਾਵੇ। ਨਾਮ ਗ੍ਰੰਥ ਕੋ ਵਿਦਿਆ ਸਾਗਰ, ਰਾਖਣ ਦੀਨੋ ਸ਼੍ਰੀ ਪ੍ਰਭਨਾਗਰ। ਇਸ ਸਥਾਨ 'ਤੇ ਹੀ ਗੁਰੂ ਸਾਹਿਬਾਨ ਜਿੱਥੇ ਬਾਣੀ ਦੀ ਕਵੀਆਂ ਤੋਂ ਰਚਨਾ ਕਰਵਾਉਂਦੇ ਸਨ, ਉੱਥੇ ਹੀ ਖੁਸ਼ ਹੋ ਕੇ ਉਹਨਾਂ ਨੂੰ ਬਹੁਤ ਸਾਰਾ ਇਨਾਮ ਤਕਸੀਮ ਕਰਦੇ ਸਨ। ਗੁਰੂ ਸਾਹਿਬਾਨ ਨੇ ਚੰਦਨ ਕਵੀ ਦੀ ਕਵਿਤਾ ਤੋਂ ਪ੍ਰਸੰਨ ਹੋ ਕੇ ਉਸ ਨੂੰ 65,000 ਮੋਹਰਾਂ ਇਨਾਮ ਵਜੋਂ ਦਿੱਤੀਆਂ ਸਨ। ਕਵੀ ਦਰਬਾਰ ਦੇ ਬਿਲਕੁਲ ਪਿੱਛੇ ਜਮਨਾ ਨਦੀ ਗੁਰੂ ਸਾਹਿਬਾਨ ਦੇ ਹੁਕਮ ਅਨੁਸਾਰ ਅੱਜ ਵੀ ਸ਼ਾਂਤ ਚਲਦੀ ਹੈ। ਕਵੀ ਦਰਬਾਰ ਤੋਂ ਅੱਗੇ ਚੱਲ ਕੇ ਇੱਕ ਰਸਤਾ ਜਮਨਾ ਘਾਟ ਨੂੰ ਹੇਠਾਂ ਵੱਲ ਨੂੰ ਚਲਾ ਜਾਂਦਾ ਹੈ। ਜੋ ਸਾਹਮਣੇ ਨਜ਼ਰ ਆ ਰਿਹਾ ਹੈ। ਅਤੇ ਸਾਹਮਣੇ ਸਥਿਤ ਹੈ ਗੁਰਦੁਆਰਾ ਸ਼੍ਰੀ ਦਸਤਾਰ ਅਸਥਾਨ ਸਾਹਿਬ। ਇੱਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸੇਵਕਾਂ ਵਿੱਚ ਸੁੰਦਰ ਦਸਤਾਰ ਸਜਾਉਣ ਦਾ ਮੁਕਾਬਲਾ ਕਰਵਾਇਆ ਕਰਦੇ ਸਨ ਅਤੇ ਸਭ ਤੋਂ ਸੁੰਦਰ ਦਸਤਾਰ ਸਜਾਉਣ ਵਾਲਿਆਂ ਨੂੰ ਇਨਾਮ ਤੇ ਸਨਮਾਨ ਦਿਆ ਕਰਦੇ ਸਨ।
ਇਸੇ ਸਥਾਨ 'ਤੇ ਹੀ ਭੰਗਾਣੀ ਯੁੱਧ ਤੋਂ ਬਾਅਦ ਪੀਰ ਬੁੱਧੂ ਸ਼ਾਹ ਨੂੰ ਉਹਨਾਂ ਦੀ ਮੰਗ ਦੇ ਅਨੁਸਾਰ ਕੰਘਾ ਅਤੇ ਉਸ ਵਿੱਚ ਵਾਹੇ ਹੋਏ ਕੇਸ ਯਾਦ ਨਿਸ਼ਾਨੀ ਵਜੋਂ ਦਿੱਤੇ ਸਨ। ਸਾਹਮਣੇ ਨਜ਼ਰ ਆ ਰਿਹਾ ਹੈ ਸੁੰਦਰ ਨਜ਼ਾਰਾ। ਤੇ ਸਾਹਮਣੇ ਰਸਤੇ ਤੋਂ ਕੱਲ੍ਹ ਅਸੀਂ ਦੇਹਰਾਦੂਨ ਜਾਂਦੇ ਹੋਏ ਰਿਸ਼ੀਕੇਸ਼ ਪਹੁੰਚਾਂਗੇ, ਜੋ ਸਾਡਾ ਅਗਲਾ ਪੜਾਅ ਹੋਵੇਗਾ। ਇਹ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਪ੍ਰਥਾਈ ਰਸਮ ਲੰਗਰ ਪ੍ਰਥਾ, ਜੋ ਕਿ ਨਿਰੰਤਰ 24 ਘੰਟੇ ਸੰਗਤਾਂ ਦੀ ਸੇਵਾ ਲਈ ਲੰਗਰ ਚੱਲਦਾ ਰਹਿੰਦਾ ਹੈ। ਕਾਲਪੀ ਰਿਸ਼ੀ, ਜਿਨ੍ਹਾਂ ਦੇ ਸਲਾਹ ਮਸ਼ਵਰੇ ਨਾਲ ਹੀ ਨਾਹਨ ਰਿਆਸਤ ਦੇ ਰਾਜਾ ਮੇਦਨੀ ਪ੍ਰਕਾਸ਼ ਨੇ ਗੁਰੂ ਸਾਹਿਬਾਂ ਨੂੰ ਇਸ ਸਥਾਨ ਲਈ ਰਾਜ਼ੀ ਕੀਤਾ। ਇੱਥੇ ਹੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਨਾਂ 'ਤੇ ਲਾਇਬ੍ਰੇਰੀ ਅਤੇ ਅਜਾਇਬ ਘਰ ਮੌਜੂਦ ਹੈ, ਕਿਉਂਕਿ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਵੀ ਪਾਉਂਟਾ ਸਾਹਿਬ ਜਨਮ ਸਥਾਨ ਹੈ। ਪਾਉਂਟਾ ਸਾਹਿਬ ਤੋਂ ਹੀ ਗੁਰੂ ਸਾਹਿਬਾਂ ਨੇ ਪਹਿਲੀ ਵਾਰ ਧਰਮ ਹਿੱਤ ਭੰਗਾਣੀ ਦਾ ਯੁੱਧ 18 ਵਿਸਾਖ ਸੰਮਤ 1746 ਨੂੰ ਬੜੀ ਬਹਾਦਰੀ ਨਾਲ ਲੜਿਆ ਅਤੇ ਜਿੱਤ ਪ੍ਰਾਪਤ ਕੀਤੀ ਸੀ।